ਹੁਣ ਤੱਕ ਜੋ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਹੈ ਸੋ ਪੁਰਖ ਦਾ ਜਿਹੜਾ ਸ਼ਬਦ ਹੈ ਉਹ ਸੰਪੂਰਨ ਹੋਇਆ ਸੀ। ਸੋ ਇੱਥੋਂ ਤੱਕ ਜਿਹੜੇ ਉਥਾਨਕਾਂ ਹਨ, ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ ਇਹ ਜੋ ਰਹਿਰਾਸ ਸਾਹਿਬ ਦੀ ਬਾਣੀ ਹੈ ਇਹ ਸ਼ਬਦਾਂ ਦਾ ਸੰਗ੍ਰਹਿ ਹੈਗਾ ਆ, ਕੰਪੀਲੇਸ਼ਨ ਹੈਗਾ, ਅਤੇ ਇੱਕ ਸ਼ਬਦ ਦਾ ਇਸ ਬਾਣੀ ਵਿੱਚ ਜਿਹੜੇ ਕਈ ਸ਼ਬਦ ਹਨ ਉਹਨਾਂ ਦਾ ਖਾਸ ਉਥਾਨਕਾ ਹੈ। ਸੋ ਹੁਣ ਤੱਕ ਜਿਹੜੇ ਸ਼ਬਦ ਹਨ ਜਿਨ੍ਹਾਂ ਕੋਲ ਟਕਸਾਲ ਵੱਲੋਂ ਛਪੇ ਹੋਏ ਟੀਕੇ ਹਨ ਉਹਨਾਂ ਵਿੱਚ ਸੰਖੇਪ ਰੂਪ ਵਿੱਚ ਪਹਿਲਾਂ ਹੀ ਉਥਾਨਕਾ ਲਿਖੇ ਹੋਏ ਹਨ, ਸੋ ਤੁਸੀਂ ਉਹ ਪੜ੍ਹ ਸਕਦੇ ਹੋ। ਜਿਨ੍ਹਾਂ ਕੋਲ ਨਹੀਂ ਹਨ ਉਹਨਾਂ ਦੇ ਲਾਭ ਦੇ ਵਾਸਤੇ ਸੰਖੇਪ ਰੂਪ ਦੇ ਵਿੱਚ ਜਿਹੜੇ ਉਥਾਨਕਾ ਹਨ ਇੱਕ ਸ਼ਬਦ ਦੇ ਉਹ ਅਸੀਂ ਸਰਵਣ ਕਰਾਂਗੇ। ਸੋ ਜਿਵੇਂ ਪਹਿਲਾਂ ਵੀ ਦੱਸਿਆ ਸੀ, ਜੋ ਸੋ ਦਰ ਹੈ ਉਹ ਅਕਾਲ ਪੁਰਖ ਦੇ ਸਨਮੁਖ ਸੱਚਖੰਡ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਸੀ। ਸੋ ਅਗਲਾ ਜਿਹੜਾ ਸ਼ਬਦ ਹੈ ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਇ। ਇਹ ਜੋ ਸ਼ਬਦ ਹੈ ਇਹਦਾ ਉਥਾਨਕਾ ਮਹਾਂਪੁਰਸ਼ ਦੱਸਦੇ ਹਨ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਤੋਂ ਪਰਤ ਕੇ ਵੇਈ ਨਦੀ ਤੋਂ ਬਾਹਰ ਆਏ ਹਨ, ਸੋ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਪ੍ਰਵੇਸ਼ ਹੋਏ ਸਨ ਉੱਥੇ ਗੁਰਦੁਆਰਾ ਬੇਰ ਸਾਹਿਬ ਹੈ, ਜਿੱਥੇ ਮਹਾਰਾਜ ਨੇ ਦਾਤਨ ਕਰਕੇ ਜੋ ਦਾਤਨ ਸੀ ਉੱਥੇ ਗੱਢਿਆ ਸੀ, ਉੱਥੋਂ ਬੇਰ ਉੱਗਿਆ ਸੀ। ਹੁਣ ਵੀ ਉੱਥੇ ਅਸਥਾਨ ਹੈ ਗੁਰਦੁਆਰਾ ਬੇਰ ਸਾਹਿਬ, ਜਿੱਥੇ ਮਹਾਰਾਜ ਰੋਜ਼ ਜਾ ਕੇ ਇਸ਼ਨਾਨ ਕਰਦੇ ਸਨ। ਫਿਰ ਜਦੋਂ ਮਹਾਰਾਜ ਜੀ 3 ਦਿਨ ਤੋਂ ਬਾਅਦ ਵੇਈ ਨਦੀ ਤੋਂ ਬਾਹਰ ਆਏ ਹਨ, ਉਹ ਜਿਹੜਾ ਅਸਥਾਨ ਹੈ ਗੁਰਦੁਆਰਾ ਸੰਤ ਘਾਟ ਸਾਹਿਬ, ਅਤੇ ਇਤਿਹਾਸ ਵਿੱਚ ਆਉਂਦਾ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਕਿ ਉਹ ਸਮੇਂ ਜਿੰਨੇ ਵੀ ਲੋਕ ਸੀ ਉਹਨਾਂ ਦਾ ਸ਼ਰਧਾ ਜਿਹੜਾ ਸੀ ਉਹ ਫੋਕੀ ਸੀ। ਉਹਨਾਂ ਨੇ ਆਪਣੇ ਮਨ ਵਿੱਚ ਇਸ ਪ੍ਰਕਾਰ ਸਮਝ ਲਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਸਰੀਰ ਛੱਡ ਗਏ ਆ, ਉਹ ਡੁੱਬ ਗਏ ਆ, ਇੱਦਾਂ ਦੇ ਬਚਨ ਲੋਕ ਕਰਦੇ ਸੀ। ਸਾਰੇ ਸੁਲਤਾਨਪੁਰ ਲੋਧੀ ਵਿੱਚ ਹਾਹਾਕਾਰ ਮਚ ਗਈ ਸੀ। ਲੋਕ ਜਿਹੜੇ ਨਿੰਦਕ ਸੀ ਉਹ ਨਿੰਦਿਆ ਕਰ ਰਹੇ ਸਨ, ਜਿਹੜੇ ਸ਼ਰਧਾਵਾਨ ਸੀ ਉਹ ਸੋਗ ਮਨਾ ਰਹੇ ਸਨ, ਕਿਉਂਕਿ 3 ਦਿਨ ਕੋਈ ਨਦੀ ਦੇ ਵਿੱਚ ਲੋਕ ਇਹ ਗੱਲਾਂ ਕਰ ਰਹੇ ਸੀ। 3 ਦਿਨ ਕਿਵੇਂ ਕੋਈ ਰਹਿ ਸਕਦਾ ਹੈ, ਲੋਕ ਤਾਂ ਕੁਝ ਮਿੰਟ ਵੀ ਨਹੀਂ ਰਹਿ ਸਕਦੇ, ਕੋਈ ਬੰਦਾ ਡੁੱਬ ਜਾਂਦਾ ਆਮ ਇਨਸਾਨ। ਉਸ ਸਮੇਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਕਿ ਜੋ ਬੇਬੇ ਨਾਨਕੀ ਜੀ ਹਨ ਉਹੀ ਸਥਿਰ ਰਹੇ ਆਪਣੀ ਸ਼ਰਧਾ ਦੇ ਵਿੱਚ, ਅਤੇ ਸਾਰੇ ਪਰਿਵਾਰ ਨੂੰ, ਕਿਉਂਕਿ ਭਾਈ ਜੈ ਰਾਮ ਜੀ ਵੀ ਬਹੁਤ ਜ਼ਿਆਦਾ ਚਿੰਤਾ ਵਿੱਚ ਗ੍ਰਸ ਗਏ ਸਨ। ਬੇਬੇ ਨਾਨਕੀ ਜੀ ਨੇ ਉਸ ਸਮੇਂ ਆਪਣੇ ਪਰਿਵਾਰ ਨੂੰ, ਆਪਣੇ ਪਤੀ ਨੂੰ, ਭਾਈ ਜੈ ਰਾਮ ਜੀ ਨੂੰ, ਅਤੇ ਹੋਰ ਸਾਰੇ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸ਼ਰਧਾਵਾਨ ਸੀ ਉਹਨਾਂ ਨੂੰ ਬੇਬੇ ਨਾਨਕੀ ਜੀ ਨੇ ਬਚਨ ਕੀਤੇ ਕਿ ਗੁਰੂ ਨਾਨਕ ਸਾਹਿਬ ਜੀ 3 ਦਿਨਾਂ ਵਿੱਚ ਜ਼ਰੂਰ ਆ ਕੇ ਦਰਸ਼ਨ ਦੇਣਗੇ। ਸੋ ਜਦੋਂ ਦੂਸਰਾ ਦਿਨ ਸਮਾਪਤ ਹੋ ਗਿਆ ਅਤੇ ਤੀਸਰਾ ਦਿਨ ਚੜ੍ਹਨ ਵਾਲਾ ਸੀ, ਫਿਰ ਬੇਬੇ ਨਾਨਕੀ ਜੀ ਨੇ ਸਾਰੀ ਰਾਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸਾਂ ਕੀਤੀਆਂ, ਅਤੇ ਤੀਸਰੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਵੇਈ ਨਦੀ ਹੈ ਉਹ ਤੋਂ ਬਾਹਰ ਆਏ, ਅਤੇ ਉਹ ਥਾਂ 'ਤੇ ਹੁਣ ਸੰਤ ਘਾਟ ਗੁਰਦੁਆਰਾ ਸਾਹਿਬ ਸ਼ੋਭਿਤ ਹੈ। ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਮੂਲ ਮੰਤਰ ਹੈ, ਜੋ ਅਕਾਲ ਪੁਰਖ ਨੇ ਮਹਾਂਮੰਤਰ ਬਖਸ਼ਿਆ ਸੀ, ਅਤੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇਹ ਉਚਾਰਨ ਕੀਤਾ ਉਸ ਸਥਾਨ 'ਤੇ। ਉਸ ਤੋਂ ਬਾਅਦ ਜਿੱਥੇ ਬੇਬੇ ਨਾਨਕੀ ਜੀ ਹਿਰਦੇ ਦੇ ਵਿੱਚ ਸਥਿਰ ਰਹੇ ਆਪਣੇ ਮਹਾਰਾਜ ਦੇ ਸ਼ਰਧਾ ਦੇ ਵਾਸਤੇ, ਨਾਲ ਹੀ ਭਾਈ ਭਗੀਰਥ ਜੀ ਜੋ ਮਹਾਰਾਜ ਜੀ ਦੇ ਪਰਮ ਸਿੱਖ ਹੋਏ ਹਨ, ਮਹਾਰਾਜ ਜੀ ਦੇ ਸੇਵਕ, ਕਿਉਂਕਿ ਜਦੋਂ ਮਹਾਰਾਜ ਜੀ ਵੇਈ ਨਦੀ ਵਿੱਚ ਪ੍ਰਵੇਸ਼ ਹੋਏ ਸਨ ਉਸ ਸਮੇਂ ਜੋ ਭਾਈ ਭਗੀਰਥ ਜੀ ਸਨ ਉਹ ਮਹਾਰਾਜ ਜੀ ਦੇ ਨਾਲ ਸੀ, ਅਤੇ 3 ਦਿਨ ਹਰ ਰੋਜ਼ ਭਾਈ ਭਗੀਰਥ ਜੀ ਜਾ ਕੇ ਜੋ ਮਹਾਰਾਜ ਜੀ ਦੇ ਵਸਤਰ ਸਨ ਉਹ ਤਿਆਰ ਕਰਕੇ ਭਾਈ ਭਗੀਰਥ ਜੀ ਖੜ੍ਹੇ ਹੋ ਜਾਂਦੇ ਸਨ। ਉਹਨਾਂ ਦੇ ਮਨ ਵਿੱਚ ਵੀ ਹਜੇ ਸ਼ਰਧਾ ਸੀ ਕਿ ਮਹਾਰਾਜ ਜ਼ਰੂਰ ਆਉਣਗੇ, ਭਰੋਸਾ ਸੀ। ਸੋ ਜਦੋਂ ਭਾਈ ਭਗੀਰਥ ਜੀ ਨੇ ਦੇਖਿਆ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਾਹਰ ਆਏ ਹਨ, ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਭਗੀਰਥ ਜੀ ਨੂੰ ਕਿਹਾ ਸੀ ਕਿ ਜਾ ਕੇ ਬੇਬੇ ਨਾਨਕੀ ਜੀ ਨੂੰ ਦੱਸੋ ਕਿ ਸਾਰੀ ਰਾਤ ਬੇਬੇ ਨਾਨਕੀ ਜੀ ਅਰਦਾਸਾਂ ਕਰ ਰਹੀ ਹੈ, ਉਹਨਾਂ ਨੂੰ ਜਾ ਕੇ ਤੁਸੀਂ ਦੱਸੋ ਕਿ ਅਸੀਂ ਹੁਣ ਵੇਈ ਨਦੀ ਤੋਂ ਬਾਹਰ ਆ ਗਏ ਹਾਂ। ਉਸ ਤੋਂ ਬਾਅਦ ਫਿਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬੇਬੇ ਨਾਨਕੀ ਜੀ ਦਾ ਮਿਲਾਪ ਹੁੰਦਾ ਹੈ ਉਸ ਸਮੇਂ ਫਿਰ ਬੇਬੇ ਨਾਨਕੀ ਜੀ ਨੇ ਸ੍ਰੀ ਗੁਰੂ
ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬੇਨਤੀ ਰੂਪ ਵਿੱਚ ਇੱਕ ਪ੍ਰਸ਼ਨ ਕੀਤਾ ਸੀ ਕਿ ਮਹਾਰਾਜ, ਆਪ ਜੀ ਸੱਚਖੰਡ ਤੋਂ ਆਏ ਹੋ, ਆਪ ਜੀ ਦੱਸੋ ਕਿ ਉਹ ਜੋ ਅਕਾਲ ਪੁਰਖ ਜਿਨ੍ਹਾਂ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਉਹ ਕਿਤਨੇ ਵੱਡੇ ਹਨ, ਉਹਨਾਂ ਦੀ ਮਹਿਮਾ ਕਿਸ ਪ੍ਰਕਾਰ ਹੈ, ਉਹ ਕਿੰਨੇ ਡੂੰਘੇ ਹਨ। ਉਸ ਸਮੇਂ ਫਿਰ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕਿ ਸੁਣ ਕੇ ਹੋਰ ਧਾਰਮਿਕ ਗ੍ਰੰਥਾਂ ਤੋਂ, ਕਥਾਵਾਂ ਤੋਂ ਸੁਣ ਕੇ ਤਾਂ ਸਾਰੇ ਲੋਕ ਕਹਿੰਦੇ ਨੇ ਕਿ ਅਕਾਲ ਪੁਰਖ ਬਹੁਤ ਵੱਡੇ ਹਨ, ਪਰ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਡੀਠਾ ਹੋਏ, ਕੇਵਡ ਵੱਡਾ, ਕਿ ਵਾਹਿਗੁਰੂ ਮਹਾਰਾਜ ਅਕਾਲ ਪੁਰਖ ਕਿੰਨੇ ਵੱਡੇ ਹਨ, ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਉਹੀ ਦੱਸ ਸਕਦੇ ਨੇ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਕਿ ਜੋ ਅਕਾਲ ਪੁਰਖ ਦੇ ਦਰਸ਼ਨਾਂ ਦੀ ਕੀਮਤ ਹੈ ਜਾਂ ਅਕਾਲ ਪੁਰਖ ਦੀ ਪ੍ਰਾਪਤੀ ਦੀ ਕੀਮਤ ਹੈ, ਉਹਦੀ ਜੋ ਕੀਮਤ ਹੈ, ਜੇ ਅਸੀਂ ਅਕਾਲ ਪੁਰਖ ਦੇ ਨਾਲ ਇੱਕਮਿਕ ਹੋ ਜਾਈਏ, ਉਹਦਾ ਜਿਹੜਾ ਕੀਮਤ ਹੈ ਉਹ ਕੀਮਤ ਤਾਂ ਅਸੀਂ ਪਾ ਨਹੀਂ ਸਕਦੇ, ਅਤੇ ਜੇ ਕੋਈ ਪਾ ਲਵੇ ਤਾਂ ਉਹ ਬਿਆਨ ਨਹੀਂ ਕਰ ਸਕਦਾ। ਜਿਵੇਂ ਗੂੰਗੀ ਦੀ ਮਠਿਆਈ ਹੁੰਦੀ ਹੈ, ਇਸ ਪ੍ਰਕਾਰ ਇਸ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਜਿਹੜੇ ਅਕਾਲ ਪੁਰਖ ਨਾਲ ਇੱਕਮਿਕ ਹੋ ਜਾਂਦੇ ਨੇ ਉਸ ਬਸ ਅਕਾਲ ਪੁਰਖ ਦੇ ਵਿੱਚ ਸਮਾਏ ਰਹਿੰਦੇ ਨੇ, ਉਸ ਨੂੰ ਬਿਆਨ ਨਹੀਂ ਕਰ ਸਕਦੇ। ਸੋ ਇਹ ਮਹਾਰਾਜ ਨੇ ਇਹ ਸ਼ਬਦ ਬੇਬੇ ਨਾਨਕੀ ਜੀ ਦੇ ਪ੍ਰਥਾਏ ਉਚਾਰਨ ਕੀਤਾ ਸੀ। ਜਿਹੜਾ ਅਗਲਾ ਸ਼ਬਦ ਹੈ, ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰਾ ਮਰ ਜਾਓ। ਇਹ ਸ਼ਬਦ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਨਕਾਣਾ ਸਾਹਿਬ ਵਾਪਸ ਗਏ ਹਨ, ਉਸ ਸਮੇਂ ਮਾਤਾ ਤ੍ਰਿਪਤਾ ਜੀ ਨੇ, ਜੋ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ ਸਨ, ਉਹਨਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਜੀ, ਤੁਸੀਂ ਸਾਰਾ ਦਿਨ ਵਾਹਿਗੁਰੂ ਦੇ ਨਾਮ ਵਿੱਚ ਲੀਨ ਰਹਿੰਦੇ ਹੋ, ਭਗਤੀ ਕਰਦੇ ਹੋ, ਹੋਰ ਵੀ ਆਪ ਜੀ ਕੋਈ ਕੰਮ ਕਰੋ। ਜਿੱਥੇ ਆਪ ਜੀ ਨਾਮ ਜਪਦੇ ਹੋ, ਜਿਵੇਂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੈ, ਕਈ ਵਾਰੀ ਮਹਾਰਾਜ ਜੀ ਸਾਰਾ ਦਿਨ ਭਗਤੀ ਵਿੱਚ ਨਿਜ ਸਰੂਪ ਵਿੱਚ ਲੀਨ ਰਹਿੰਦੇ ਸਨ। ਜਦੋਂ ਮਾਤਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਨਾਨਕ ਸਾਹਿਬ ਜੀ, ਤੁਸੀਂ ਹੋਰ ਵੀ ਕੋਈ ਕੰਮ ਕਰੋ ਕਿ ਆਪ ਜੀ ਦੇ ਪਿਤਾ ਜੀ ਵੀ ਖੁਸ਼ ਹੋਣਗੇ, ਉਸ ਸਮੇਂ ਫਿਰ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਕਿ ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਅਤੇ ਜਿਹੜਾ ਰਹਾਉ ਦੀ ਪੰਕਤੀ ਹੈ, ਉੱਥੋਂ ਮਹਾਂਪੁਰਸ਼ ਦੱਸਦੇ ਹਨ ਕਿ ਇਹ ਜੋ ਸ਼ਬਦ ਦਾ ਭਾਵ ਹੈ ਸ਼ੁਰੂ ਹੁੰਦਾ ਹੈ, ਅਰਥ ਸ਼ੁਰੂ ਹੁੰਦਾ ਹੈ, ਉੱਥੋਂ ਮਹਾਰਾਜ ਜੀ ਨੇ ਮਾਤਾ ਜੀ ਨੂੰ ਆਨਸਰ ਕੀਤਾ ਸੀ, ਸੋ ਕਿਉ ਵਿਸਰਾ ਮੇਰੀ ਮਾਏ। ਕਿ ਹੇ ਮਾਤਾ ਜੀ, ਮਾਤਾ ਤ੍ਰਿਪਤਾ ਜੀ, ਅਸੀਂ ਕਿਉਂ ਵਾਹਿਗੁਰੂ ਨੂੰ ਵਿਸਾਰੀ ਹੈ, ਸਾਚਾ ਸਾਹਿਬ ਸਾਚਾ ਨਾਏ। ਸੋ ਇਹ ਸ਼ਬਦ ਉਸ ਵਕਤ ਉਚਾਰਨ ਕੀਤਾ ਸੀ। ਅਗਲਾ ਜਿਹੜਾ ਸ਼ਬਦ ਹੈ, ਰਾਗ ਗੂਜਰੀ ਮਹੱਲਾ ਚੌਥਾ, ਇਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਸ਼ਬਦ ਹੈ। ਇਹ ਜੋ ਸ਼ਬਦ ਹੈ, ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਦੋਂ ਆਨੰਦ ਕਾਰਜ ਹੋਇਆ ਤਾਂ ਉਸ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਬੁਲਾਇਆ, ਅਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉਸ ਵਕਤ ਸ੍ਰੀ ਗੁਰੂ ਰਾਮਦਾਸ ਜੀ ਨੂੰ ਕਿਹਾ ਕਿ ਸਾਡੇ ਵੰਸ਼ ਦੇ ਵਿੱਚ, ਕਿਉਂਕਿ ਮਹਾਰਾਜ ਜੀ ਦਾ ਭੱਲੇ ਵੰਸ਼ ਸੀ, ਕਿ ਸਾਡੀ ਪ੍ਰਥਾ ਹੈ, ਸਾਡੀ ਪਰੰਪਰਾ ਹੈ ਕਿ ਜਦੋਂ ਵੀ ਸਾਡੇ ਘਰ ਦੇ ਵਿੱਚ ਕੋਈ ਸਾਡਾ ਜਿਹੜਾ ਦਾਮਾਦ ਹੈ, ਸਨ ਇਨ ਲੋ ਹੈ, ਉਹ ਪਹਿਲੀ ਵਾਰ ਆਉਂਦਾ ਹੈ, ਅਤੇ ਜੋ ਵੀ ਉਹ ਮੂੰਹ ਮੰਗਦਾ ਹੈ ਅਸੀਂ ਉਹਨੂੰ ਦੇ ਦਿੰਦੇ ਹਾਂ। ਸੋ ਤੁਸੀਂ ਵੀ ਪਹਿਲੀ ਵਾਰ ਆਏ ਹੋ, ਤੁਸੀਂ ਵੀ ਸਾਨੂੰ ਦੱਸੋ। ਉਸ ਸਮੇਂ ਫਿਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਬਹੁਤ ਹੀ ਨਿਮਰਤਾ ਸਹਿਤ ਦੀਨਗੀ ਦੇ ਨਾਲ ਮਹਾਰਾਜ ਜੀ ਨੇ ਜਿਹੜਾ ਰਹਾਉ ਵਾਲੀ ਪੰਕਤੀ ਹੈ, ਉੱਥੋਂ ਮਹਾਂਪੁਰਸ਼ ਦੱਸਦੇ ਹਨ, ਉੱਥੋਂ ਸ਼ੁਰੂ ਕੀਤਾ। ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪਰਗਾਸ। ਕਿ ਮਹਾਰਾਜ ਜੀ ਕਿਰਪਾ ਕਰੋ, ਸਾਨੂੰ ਨਾਮ ਦੀ ਦਾਤ ਬਖਸ਼ੋ। ਉਸ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਆਨੰਦ ਕਾਰਜ ਤੋਂ ਬਾਅਦ ਇਹ ਦਾਤ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਤੋਂ ਮੰਗੀ ਸੀ। ਸੋ ਇਹ ਇਸ ਦਾ ਉਥਾਨਕਾ ਹੈ। ਅਤੇ ਜੋ ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਹਰ ਹਰ ਜੀਉ ਭਰਿਆ। ਇਹ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਹੈ। ਅਤੇ ਇਹ ਸ਼ਬਦ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਥੋੜ੍ਹਾ ਹੀ ਸਮਾਂ ਹੋਇਆ ਸੀ, ਅਜੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਸਨ, ਉਸ ਵਕਤ ਜੋ ਮਹਾਰਾਜ ਜੀ ਦੇ ਵੱਡੇ ਜੇਸ਼ਟ ਭਰਾਤਾ ਸੀ ਪ੍ਰਿਥੀ ਚੰਦ, ਉਹਨਾਂ ਦੇ ਮਨ ਵਿੱਚ ਬਹੁਤ ਈਰਖਾ ਸੀ, ਕਿਉਂਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਉਹਨਾਂ ਨੂੰ ਗੁਰਤਾ ਗੱਦੀ ਨਹੀਂ ਸੀ ਬਖਸ਼ੀ, ਅਤੇ ਉਹਨਾਂ ਦੇ ਮਨ ਵਿੱਚ ਈਰਖਾ ਸੀ ਕਿ ਜੋ ਗੁਰਤਾ ਗੱਦੀ ਹੈ ਸਾਨੂੰ ਜਾਣੀ ਚਾਹੀਦੀ ਸੀ। ਜ਼ਿਆਦਾਤਰ ਜੋ ਗੁਰੂ ਘਰ ਦਾ ਕਾਰ ਭੇਟ ਸੀ, ਜੋ
ਸੇਵਾ ਸੀ, ਜੋ ਦਸਵੰਧ ਸੀ, ਉਹ ਪਹਿਲਾਂ ਵੀ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਉਹ ਸਾਰਾ ਪ੍ਰਿਥੀ ਚੰਦ ਦੇ ਥੱਲੇ ਉਹਦੀ ਉਹ ਸੇਵਾ ਸੀ ਕਿ ਜੋ ਵੀ ਦਸਵੰਧ ਆਉਂਦਾ ਸੀ ਜਾਂ ਲੰਗਰ ਵਾਸਤੇ ਕੋਈ ਭੇਟ ਆਉਂਦਾ ਸੀ, ਸਾਰਾ ਪ੍ਰਿਥੀ ਚੰਦ ਹੀ ਸੰਭਾਲਦਾ ਸੀ। ਅਤੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਸੁਸ਼ੋਭਿਤ ਹੋਏ, ਉਸ ਵਕਤ ਵੀ ਪ੍ਰਿਥੀ ਚੰਦ ਨੇ ਜਿਹੜਾ ਵੀ ਦਸਵੰਧ ਆਉਂਦਾ ਸੀ, ਜੋ ਵੀ ਲੰਗਰ ਵਾਸਤੇ ਮਾਇਆ ਆਉਂਦਾ ਸੀ, ਉਹ ਪਹਿਲਾਂ ਆਪ ਹੀ ਜਿਹੜਾ ਸੀ ਉਹ ਖੋਹ ਲੈਂਦਾ ਸੀ। ਇਸ ਕਰਕੇ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਲੰਗਰ ਸਨ ਉਹ ਮਸਤਾਨੇ ਹੋ ਗਏ ਸਨ, ਬਹੁਤ ਹੀ ਘੱਟ ਕੋਈ ਪ੍ਰਸ਼ਾਦਾ ਮਿਲਦਾ ਸੀ। ਅਤੇ ਉਸ ਸਮੇਂ ਜੋ ਭਾਈ ਗੁਰਦਾਸ ਸਾਹਿਬ ਜੀ ਹਨ, ਉਹ ਆਗਰਾ ਤੋਂ ਆ ਰਹੇ ਸਨ ਅਤੇ ਸੰਗਤਾਂ ਲੈ ਕੇ ਜਦੋਂ ਉੱਥੇ ਪਹੁੰਚੇ ਹਨ ਤਾਂ ਉਹਨਾਂ ਨੇ ਕੀ ਦੇਖਿਆ ਹੈ ਕਿ ਜੋ ਲੰਗਰ ਹੈ ਉਹ ਸਾਰਾ ਮਸਤਾਨਾ ਹੋਇਆ ਹੈ। ਤਾਂ ਉਹਨਾਂ ਨੇ ਜਾ ਕੇ ਫਿਰ ਮਾਤਾ ਭਾਨੀ ਜੀ ਨੂੰ ਜਾ ਕੇ ਬੇਨਤੀ ਕੀਤੀ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਨੂੰ, ਅਤੇ ਮਾਤਾ ਜੀ ਨੇ ਸਾਰਾ ਕੁਝ ਦੱਸਿਆ। ਸੋ ਉਸ ਵਕਤ ਫਿਰ ਭਾਈ ਗੁਰਦਾਸ ਜੀ ਨੇ ਕਮਰ ਕਸਾ ਕੀਤਾ ਅਤੇ ਜਦੋਂ ਵੀ ਕੋਈ ਸੰਗਤ ਆਉਂਦੀ ਸੀ ਕਿ ਪ੍ਰਿਥੀ ਚੰਦ ਨਾ ਆ ਕੇ ਕੋਈ ਕਾਰ ਭੇਟ ਜਾਂ ਲੰਗਰ ਦੀ ਮਾਇਆ ਪਹਿਲਾਂ ਨਾ ਖੋਹ ਲਵੇ, ਭਾਈ ਗੁਰਦਾਸ ਜੀ ਅਤੇ ਹੋਰ ਜਿਹੜੇ ਸਿੱਖ ਸਨ ਉਹ ਪਹਿਲਾਂ ਹੀ ਜਾ ਕੇ ਗੁਰਸਿੱਖਾਂ ਨੂੰ ਜਾ ਕੇ ਸਾਰਾ ਕੁਝ ਦੱਸਦੇ ਸਨ ਅਤੇ ਸਮਝਾਉਂਦੇ ਸਨ ਕਿ ਇਹ ਜਿਹੜਾ ਮਾਇਆ ਹੈ, ਤੁਸੀਂ ਜੋ ਗੁਰਤਾ ਗੱਦੀ 'ਤੇ ਸੁਸ਼ੋਭਿਤ ਹਨ ਉਹਨਾਂ ਨੂੰ ਜਾ ਕੇ ਤੁਸੀਂ ਭੇਟ ਕਰੋ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਪਤਾ ਲੱਗਿਆ ਕਿ ਭਾਈ ਗੁਰਦਾਸ ਜੀ ਇਸ ਪ੍ਰਕਾਰ ਕਰ ਰਹੇ ਹਨ, ਤਾਂ ਉਹਨਾਂ ਨੇ ਭਾਈ ਗੁਰਦਾਸ ਜੀ ਨੂੰ ਬੁਲਾ ਕੇ ਫਿਰ ਇਹ ਸ਼ਬਦ ਉਚਾਰਨ ਕੀਤਾ ਸੀ ਕਿ ਕਾਹੇ ਰੇ ਮਨ ਚਿਤਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ। ਕਿ ਭਾਈ ਗੁਰਦਾਸ ਜੀ ਤੁਸੀਂ ਆਪਣੇ ਮਨ ਦੇ ਵਿੱਚ ਇਸ ਪ੍ਰਕਾਰ ਦਾ ਉਦਮ ਜਾਂ ਚਿੰਤਾ ਕਿਉਂ ਕਰ ਰਹੇ ਹੋ? ਜੋ ਵਾਹਿਗੁਰੂ ਨੇ ਬਖਸ਼ਣਾ ਹੈ, ਜੋ ਸਾਡੇ ਪਰਾਲਬਧ ਅਨੁਸਾਰ ਸਾਨੂੰ ਮਿਲਣਾ ਹੈ, ਉਹ ਤਾਂ ਸਾਨੂੰ ਮਿਲਣਾ ਹੀ ਹੈ। ਅਕਾਲ ਪੁਰਖ ਤਾਂ ਸੈਲ ਪੱਥਰ ਮਹਿ ਜੰਤ ਉਪਾਏ, ਕਿ ਜਿਹੜੇ ਕੀੜੇ ਹਨ ਜਾਂ ਹੋਰ ਜੀਵ ਜੰਤੂ ਹਨ ਉਹ ਤਾਂ ਪੱਥਰਾਂ ਵਿੱਚ ਵੀ ਮਹਾਰਾਜ ਨੇ ਉਪਾਏ ਹਨ, ਅਤੇ ਉਹਨਾਂ ਦਾ ਵੀ ਜਿਹੜਾ ਰਿਜ਼ਕ ਹੈ ਉਹ ਮਹਾਰਾਜ ਨੇ ਉਹਨਾਂ ਨੂੰ ਦਿੱਤਾ ਹੈ। ਸੋ ਕਿ ਚਿੰਤਾ ਦੀ ਕੋਈ ਲੋੜ ਨਹੀਂ ਹੈ। ਅਤੇ ਜਿਹੜਾ ਅਗਲੀ ਪੰਕਤੀ ਹੈ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇੱਕ ਗੁਰਸਿੱਖ ਸਨ ਜੋ ਸ਼੍ਰੀਨਗਰ ਕਸ਼ਮੀਰ ਤੋਂ ਭਾਈ ਮਾਧੋ ਜੀ, ਮਾਧੋ ਦਾਸ ਜੀ, ਅਤੇ ਉਹ ਵੀ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਿੱਖ ਸਨ। ਉਹ ਉਸ ਵਕਤ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਹਜੇ ਭਾਈ ਗੁਰਦਾਸ ਜੀ ਨੂੰ ਇਹ ਬਚਨ ਕਰ ਰਹੇ ਸਨ, ਉਸੀ ਵਕਤ ਜਿਹੜੇ ਭਾਈ ਮਾਧੋ ਦਾਸ ਜੀ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਿੱਖ, ਉਹ ਵੀ ਦਰਬਾਰ ਵਿੱਚ ਪਹੁੰਚ ਗਏ ਸ਼੍ਰੀਨਗਰ ਦੇ ਸੰਗਤਾਂ ਦੇ ਨਾਲ। ਅਤੇ ਇਹ ਦੇਖ ਕੇ ਜੋ ਉਪਕਾਰ ਕੀਤਾ, ਪਰਉਪਕਾਰ ਕੀਤਾ ਕਿ ਸੰਗਤਾਂ ਨੂੰ ਜੁੜਿਆ, ਭਾਈ ਮਾਧੋ ਦਾਸ ਜੀ ਨੇ ਫਿਰ ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਪੰਕਤੀ ਉਚਾਰਨ ਕੀਤੀ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸੋ ਇਹ ਸ਼ਬਦਾਂ ਦਾ ਸੰਖੇਪ ਰੂਪ ਦੇ ਵਿੱਚ ਇਹ ਉਥਾਨਕਾ ਹੈ। ਅਤੇ ਜੇ ਸੋ ਪੁਰਖ ਹੈ ਉਹਦਾ ਵੀ ਉਥਾਨਕਾ ਹੈ ਕਿ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੋ ਦਰ ਜੋ ਬਾਣੀ ਉਚਾਰਨ ਕੀਤੀ, ਗੁਰਸਿੱਖਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੋ ਦਰ ਇਹ ਬਾਣੀ ਉਚਾਰਨ ਕੀਤੀ ਹੈ, ਆਪ ਜੀ ਵੀ ਸੱਚਖੰਡ ਦੀ ਅਕਾਲ ਪੁਰਖ ਦੀ ਮਹਿਮਾ ਦੇ ਵਿੱਚ ਬਾਣੀ ਉਚਾਰਨ ਕਰੋ। ਫਿਰ ਉਸ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸੋ ਪੁਰਖ ਬਾਣੀ ਜੋ ਹੈ ਉਹ ਉਚਾਰਨ ਕੀਤੀ ਸੀ। ਸੋ ਆਓ ਹੁਣ ਅਗਲੇ ਸ਼ਬਦਾਂ ਦੀ ਅਸੀਂ ਜੋ ਸੰਥਿਆ ਹੈ ਉਹ ਅਸੀਂ ਸਰਵਣ ਕਰੀਏ।